हे प्राणनाथ गोबिंद कृपा निधान जगद गुरो। हे संसार ताप हरण है करुणामय सब दुख हरो। हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव है। अगम अगाध पार ब्रह्म सोए जो जो कहे सो मुक्ता होए। सुन मीता नानक बिनवंता साधु जना की अचरज कथा। सुन मीता नानक बिनवंता साधु जना की अचरज कथा। चवर छतर तख्त दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਨੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਇਕੱਤਰ ਹੋ ਕਰਕੇ ਗੁਰੂ ਕੀਆਂ ਕਥਾ ਕਹਾਣੀਆਂ ਸਰਵਣ ਕੀਤੀਆਂ ਹਨ। ਦੀਨ ਦੁਨੀਆ ਦੇ ਮਾਲਕ ਨੇ ਆਪਣੀ ਬਾਣੀ ਦੇ ਅੰਦਰ ਤਕਰੀਬਨ ਬਾਣੀ ਦੇ ਹਰ ਅੰਗ ਉੱਤੇ ਗੁਰੂ ਪਰਮੇਸ਼ਰ ਤੋਂ ਬਾਅਦ ਮਹਾਂਪੁਰਸ਼ਾਂ ਦੀ ਵਡਿਆਈ ਕੀਤੀ ਹੈ। ਔਰ ਜਦੋਂ ਉਹਨਾਂ ਸਤਿਪੁਰਸ਼ਾਂ ਦੀ ਉਪਮਾ ਕਰਨ ਲੱਗੀਏ, ਵਡਿਆਈ ਕਰਨ ਲੱਗੀਏ, ਗੁਣ ਗਾਇਨ ਕਰਨ ਲੱਗੀਏ ਤਾਂ ਇੱਕ ਗੱਲ ਨੂੰ ਹਿਰਦੇ ਵਿੱਚ ਰੱਖਿਓ ਵੀ ਸਤਿਪੁਰਸ਼ਾਂ ਦੇ ਵਿੱਚ ਗੁਣ ਇੰਨੇ ਕੁ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਗੁਰੂ ਪਰਮੇਸ਼ਰ ਦੁਨੀਆ ਵਿੱਚ ਸਭ ਤੋਂ ਵੱਡਾ ਰੁਤਬਾ ਰੱਖਦੇ ਨੇ। ਦੀਨ ਦੁਨੀਆ ਦੇ ਮਾਲਕ ਦਾ ਫਰਮਾਨ ਹੈ। ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਸੀ ਵੀ ਗੁਰੂ ਨਾਨਕ ਸਾਹਿਬ ਕੌਣ ਨੇ, ਤੇ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ ਸੀ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਪਰਮਾਤਮਾ ਦੇ ਸਰਗੁਣ ਅਵਤਾਰ ਨੇ। ਖੈਰ ਗੁਰੂ ਤੇ ਪਰਮੇਸ਼ਰ ਵਰਗਾ ਰੁਤਬਾ ਤੇ ਕਿਸੇ ਦਾ ਨਹੀਂ। ਉਹਦੇ ਤੋਂ ਬਾਅਦ ਜੋ ਸਤਿਕਾਰਤ ਅਦਬ ਰੱਖਣ ਵਾਲੀ ਅਵਧੀ ਹੈ ਉਹ ਹੈ ਸੰਤ ਦੀ। ਉਹ ਵੀ ਲੱਖਾਂ ਸਤ ਸੰਗੀਆਂ ਚੋਂ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ, ਜਿਹਦੇ ਅੰਦਰ ਗੁਰੂ ਨਾਨਕ ਸਾਹਿਬ ਵਸ ਜਾਣ, ਪਰਮਾਤਮਾ ਵਸ ਜਾਵੇ,
ਉਹ ਲੱਖਾਂ ਸਤ ਸੰਗੀਆਂ ਚੋਂ ਸੰਤ ਬਣਦਾ ਔਰ ਉਸ ਸੰਤ ਦੀ ਵਡਿਆਈ ਪਾਤਸ਼ਾਹ ਨੇ ਆਪਣੇ ਹਰ ਅੰਗ ਉੱਤੇ ਕੀਤੀ ਹੈ। ਔਰ ਉਸ ਮਹਾਂਪੁਰਸ਼ ਦੇ ਜਿਹੜੇ ਗੁਣ ਨੇ, ਉਸ ਮਹਾਂਪੁਰਸ਼ ਦੀ ਜਿਹੜੀ ਵਡਿਆਈ ਹੈ, ਉਹਨੂੰ ਕਥਨ ਕੀਤਾ ਨਹੀਂ ਜਾ ਸਕਦਾ। ਹਾਂ, ਕੁਝ ਗੁਣ ਲੈ ਕੇ ਸਾਂਝ ਪਾਈ ਜਾ ਸਕਦੀ ਹੈ, ਸੰਪੂਰਨ ਗੁਣਾਂ ਦਾ ਕਥਨ ਨਹੀਂ ਹੋ ਸਕਦਾ। ਅੱਜ ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਰਾਏ ਸਲਿੱਪ ਦੀਆਂ ਸਮੂਹ ਸੰਗਤਾਂ ਵੱਲੋਂ, ਲੰਡਨ ਦੀਆਂ ਸਮੂਹ ਸੰਗਤਾਂ ਵੱਲੋਂ ਇਹ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਰਾੜਾ ਸਾਹਿਬ ਸੰਪਰਦਾਏ ਦੇ ਤਤਵੇਤੇ ਮਹਾਤਮਾ, ਤਤ ਦੀ ਪ੍ਰਾਪਤੀ ਕਰਨ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਇਹ ਗੁਰਮਤਿ ਸਮਾਗਮਾਂ ਵਿੱਚ ਆਪ ਸੰਗਤਾਂ ਸ਼ਿਰਕਤ ਕਰ ਰਹੇ ਹੋ। ਇਹ ਤਕਰੀਬਨ 42ਵੇਂ ਬਰਸੀ ਸਮਾਗਮ ਆਪ ਸੰਗਤਾਂ ਵੱਲੋਂ ਇੱਥੇ ਮਨਾਏ ਜਾ ਰਹੇ ਹਨ। ਆਪ ਸੰਗਤਾਂ ਇਹ ਭਲੀ ਪ੍ਰਕਾਰ ਦੇ ਨਾਲ ਜਾਣਦੇ ਹੋ ਵੀ ਬਾਬਾ ਈਸਰ ਸਿੰਘ ਜੀ ਦਾ ਜਨਮ ਪਿੰਡ ਆਲੋਵਾਲ ਵਿਖੇ ਹੋਇਆ ਹੈ। ਔਰ ਪਰਿਵਾਰ ਜਿਹੜਾ ਹੈ, ਭਾਈ ਰਾਮ ਸਿੰਘ ਜੀ ਨੰਬਰਦਾਰ ਨੇ, ਚੌਧਰੀਆਂ ਦਾ ਪਰਿਵਾਰ ਪ੍ਰਚਲਿਤ ਹੈ, ਘਰੋਂ ਬੜੇ ਅਮੀਰ ਨੇ। ਸਰਦਾਰ ਵੀਰ ਸਿੰਘ ਚੌਧਰੀ ਇਹਨਾਂ ਦੇ ਦਾਦਾ ਜੀ ਦਾ ਨਾਮ ਸੀ, ਬਾਬਾ ਈਸਰ ਸਿੰਘ ਉਹਨਾਂ ਦੇ। ਸੈਂਕੜੇ ਏਕੜ ਪੈਲੀ ਦੇ ਮਾਲਕ ਨੇ। ਇਹ ਵੀ ਨਹੀਂ ਵੀ ਘਰ ਵਿੱਚ ਕੋਈ ਗਰੀਬੀ ਹੈ, ਦੁੱਖ ਹੈ, ਕਲੇਸ਼ ਹੈ ਤੇ ਮਾਲਾ ਫੜ ਲਈ ਤੇ ਸੰਤ ਬਣੇ ਨੇ, ਨਹੀਂ। ਸੁੱਖ ਸਹੂਲਤਾਂ ਦੇ ਸਾਧਨ ਸਭ ਨੇ, ਜਾਇਦਾਦ ਬੇਅੰਤ ਹੈ। ਹਾਂ, ਇਹ ਪੱਖ ਹੈ ਵੀ ਸਾਡੀ ਪਕੜ ਸੰਸਾਰ 'ਤੇ ਹੈ, ਸਾਡਾ ਧਿਆਨ ਸੰਸਾਰ 'ਤੇ ਹੈ, ਪ੍ਰੇਮ ਸੰਸਾਰ ਨਾਲ ਹੈ ਤੇ ਇਹਨਾਂ ਦਾ ਪ੍ਰੇਮ ਨਿਰੰਕਾਰ ਨਾਲ ਜੁੜ ਗਿਆ। ਇਹ ਸਾਡੇ ਕੋਲ ਆਪਸ਼ਨ ਰਹੀ ਹੈ, ਕੋਈ ਸੰਸਾਰ ਨਾਲ ਜੁੜਿਆ ਹੈ, ਕੋਈ ਨਿਰੰਕਾਰ ਨਾਲ ਜੁੜਿਆ ਹੈ। ਜਿਹੜਾ ਸੰਸਾਰ ਨਾਲ ਜੁੜਿਆ ਉਹਦੀ ਯਾਦ ਨਹੀਂ ਮਨਾਈ ਜਾਂਦੀ। ਇੱਥੇ ਕਈ ਸੰਸਾਰ ਨਾਲ ਜੁੜੇ ਨੇ, ਅਰਬਾਂਪਤੀ ਬਣ ਗਏ ਹੋਣਗੇ, ਕੌਣ ਸਮਾਗਮ ਬਰਸੀਆਂ ਮਨਾਉਂਦਾ ਹੈ ਦੁਨੀਆ ਦੇ ਦੂਜੇ ਕੋਨੇ ਉੱਤੇ। ਹਾਂ, ਜਿਹੜਾ ਨਿਰੰਕਾਰ ਨਾਲ ਜੁੜਿਆ ਹੈ ਉਹਦੀ ਯਾਦ ਦੁਨੀਆ 'ਤੇ ਰਹਿ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤਿੰਨ ਨਾਮ ਐਸੇ ਨੇ ਜੋ ਦੁਨੀਆ 'ਤੇ ਮੌਜੂਦ ਰਹਿੰਦੇ ਨੇ। ਤਿੰਨ ਹਸਤੀਆਂ, ਤਿੰਨ ਅਵਧੀਆਂ ਐਸੀਆਂ ਨੇ, ਨਾਮ ਰਹਿਓ ਸਾਧੂ, ਰਹਿਓ ਗੁਰ ਗੋਬਿੰਦ। ਪਰਮਾਤਮਾ ਰਵੇਗਾ ਔਰ ਉਸ ਪਰਮਾਤਮਾ ਦਾ ਨਾਮ ਰਹਿਓ, ਨਾਮ ਹੀ ਰਵੇਗਾ। ਔਰ ਉਸ ਪਰਮਾਤਮਾ ਦਾ ਨਾਮ ਜਪਣ ਵਾਲੇ ਸਾਧੂ ਵੀ ਰਹਿੰਦੇ ਨੇ। ਸਰੀਰ ਰਵੇ ਜਾਂ ਨਾ ਰਵੇ, ਬਾਬਾ ਈਸਰ ਸਿੰਘ ਦਾ ਨਾਮ ਰਹਿ ਗਿਆ। ਸਾਡਾ ਸਰੀਰ ਵੀ ਨਹੀਂ ਰਹਿਣਾ ਤੇ ਨਾਮ ਹੀ ਕਿਸੇ ਨੇ ਨਹੀਂ ਲੈਣਾ। ਉਹ ਪਰਮਾਤਮਾ ਅਮਰ ਹੈ, ਸਦੀਵੀ ਹੈ। ਜਿੰਨੇ ਵੀ ਉਹਦੇ ਨਿਰੰਕਾਰ ਦੇ ਨਾਮ ਨਾਲ ਲਗਾਅ ਪੈਦਾ ਕੀਤਾ, ਜਿਹੜਾ ਸੰਸਾਰ ਨੂੰ ਛੱਡ ਕੇ ਨਿਰੰਕਾਰ ਨਾਲ ਜੁੜਿਆ ਹੈ, ਉਹ ਰੱਬ ਵਾਂਗੂ ਹੀ ਅਮਰ ਹੋ ਗਿਆ। ਘਰੋਂ ਬੜੇ ਸੁਖੀ ਨੇ, ਜਾਇਦਾਦ ਖੁੱਲ੍ਹੀ ਹੈ। ਪਿਤਾ ਭਾਈ ਰਾਮ ਸਿੰਘ ਨੰਬਰਦਾਰ ਨੇ ਤੇ ਮਾਤਾ ਰਤਨ ਕੌਰ ਹੈ। ਘਰ ਦੇ ਵਿੱਚ 5 ਅਗਸਤ 1905 ਨੂੰ ਸ਼ੁੱਕਰਵਾਰ ਇਹਨਾਂ ਮਹਾਂਪੁਰਸ਼ਾਂ ਨੇ ਦੁਨੀਆ 'ਤੇ ਆਉਣਾ ਕੀਤਾ।
ਔਰ ਤੁਹਾਡੇ ਧਿਆਨ ਗੋਚਰੇ ਮੈਂ ਇਹ ਬਚਨ ਕਰ ਦੇਵਾਂ ਵੀ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਕੋਈ ਦੁਨੀਆ ਤੇ ਆ ਨਹੀਂ ਸਕਦਾ। ਸਿੱਖ ਦੇ ਵਿੱਚ ਇਹ ਉਮੀਦ ਰਹੀ ਹੈ ਸਦਾ ਵੀ ਜਦੋਂ ਵੀ ਕੁਝ ਮੰਗਦਾ ਹੈ ਤੇ ਗੁਰੂ ਅੱਗੇ ਝੋਲੀ ਅੱਡਦਾ ਹੈ। ਉਹ ਸਿੱਖ ਨਹੀਂ ਹੈ ਜਿਹੜਾ ਤੁਹਾਨੂੰ ਦਰ ਦਰ ਤੇ ਝੋਲੀ ਅੱਡਦਾ ਦਿਖੇਗਾ। ਆਪਾਂ ਕਈ ਵੇਖੇ ਨੇ, ਉਹ ਟੱਲ ਵੀ ਖੜਕਾਉਂਦੇ ਨੇ, ਉਹ ਦੀਵੇ ਵੀ ਕਬਰਾਂ ਦੇ ਜਗਾਉਂਦੇ ਨੇ, ਗੁਰਦੁਆਰੇ ਵੀ ਮੱਥਾ ਟੇਕਦੇ ਨੇ। ਉਹ ਵੇਖਣ ਨੂੰ ਸਿੱਖ ਨੇ ਪਰ ਸਿੱਖ ਨਹੀਂ ਅਜੇ। ਸਿੱਖ ਉਸ ਦਿਨ ਬਣਨਗੇ ਜਦੋਂ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਝੋਲੀ ਅੱਡਣਗੇ। ਹੁਣ ਇਹ ਜਿਹੜਾ ਚੌਧਰੀ ਹੈ ਪਰਿਵਾਰ ਦਾ ਸੀਨੀਅਰ ਹੈ, ਇਹ ਜਿਹੜਾ ਸਰਦਾਰ ਵੀਰ ਸਿੰਘ ਚੌਧਰੀ ਹੈ, ਇਹਦੇ ਮਨ ਵਿੱਚ ਇੱਕ ਇੱਛਾ ਹੈ ਵੀ ਪਰਿਵਾਰ ਹੱਸਦਾ ਵਸਦਾ ਕਿਤੇ ਪੋਤਰਾ ਖਿਡਾਉਣ ਲਈ ਮਿਲ ਜਾਵੇ ਨਾ, ਤੇ ਹੋਰ ਖੁਸ਼ੀਆਂ ਨੂੰ ਚਾਰ ਚੰਨ ਲੱਗਣਗੇ। ਆਪਾਂ ਜਾਣਦੇ ਹਾਂ ਵੀ ਪੋਤਰਿਆਂ ਨਾਲ ਮੋਹ ਬੜਾ ਕਰਦੇ ਨੇ ਬਜ਼ੁਰਗ, ਪੁੱਤਰਾਂ ਨਾਲੋਂ ਵੱਧ ਕੇ ਕਰਦੇ ਨੇ। ਇੱਕ ਇੱਛਾ ਹੈ ਮਨ ਦੀ, ਔਰ ਰੱਖੀ ਹੈ ਗੁਰੂ ਨਾਨਕ ਸਾਹਿਬ ਅੱਗੇ, ਬੇਨਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਅੱਗੇ। ਵੈਸੇ ਵੀ ਇਸ ਗੱਲ ਨੂੰ ਜ਼ਿਹਨ ਵਿੱਚ ਚੰਗੀ ਤਰ੍ਹਾਂ ਬਿਠਾ ਲਿਓ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ। ਭਾਵੇਂ ਕਿਸੇ ਸੰਤ ਨੂੰ ਕਹਿ ਦਿਓ, ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘ ਨੂੰ ਕਹਿ ਦਿਓ, ਭਾਈ ਜੀ ਅਰਦਾਸ ਕਰੋ ਝੋਲੀਆਂ ਭਰ ਜਾਣ, ਅਰਦਾਸ ਗੁਰੂ ਨਾਨਕ ਅੱਗੇ ਕਰਨੀ ਪਵੇਗੀ। ਦੇਣ ਵਾਲਾ ਉਹ ਹੀ ਹੈ। ਹਾਂ, ਸਿਫਾਰਿਸ਼ ਕੋਈ ਵੀ ਕਰ ਸਕਦਾ ਤੁਹਾਡੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਝੋਲੀ ਅੱਡੀ ਹੈ। ਤੇ ਮੈਂ ਇੱਕ ਦਿਨ ਗੁਰੂ ਸਾਹਿਬ ਨੂੰ ਪੁੱਛਿਆ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਵੀ ਕੀ ਇਹ ਬਰਕਤਾਂ ਸ਼ਰੇਆਮ ਵੰਡਦੇ ਹੋ, ਝੋਲੀਆਂ ਭਰਦੇ ਹੋ? ਤੇ ਬਾਣੀ ਦੇ ਵਿੱਚ ਫੁਰਮਾਨ ਆਉਂਦਾ ਹੈ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਗੁੱਜੀ ਕੀ ਹੈ? ਲੁਕੀ ਛਿਪੀ ਗੱਲ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ, ਇਹ ਡੰਕੇ ਤੇ ਚੋਟ ਲਾ ਕੇ ਐਲਾਨ ਹੈ ਵੀ ਗੁਰੂ ਨਾਨਕ ਅੱਗੇ ਜਿਹੜਾ ਝੋਲੀ ਹੱਡਦਾ ਹੈ, ਝੋਲੀਆਂ ਭਰਦਾ ਹੀ ਜਾਂਦਾ ਹੈ। ਔਰ ਕਦੋਂ ਤੋਂ ਭਰ ਰਿਹਾ ਹੈ? ਦੇਂਦਾ ਦੇ, ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਜੁਗਾਂ ਜੁਗਾਂ ਤੋਂ ਝੋਲੀਆਂ ਭਰ ਰਿਹਾ ਹੈ। ਤੇ ਹੁਣ ਕੋਈ ਇਹ ਬਚਨ ਕੱਟ ਦੇਵੇ, ਤਰਕ ਕਰ ਦੇਵੇ ਵੀ ਜੁਗਾਂ ਜੁਗਾਂ ਤੋਂ ਬਾਬਾ ਨਾਨਕ ਤੁਹਾਡਾ ਕਿੱਥੋਂ ਆ ਗਿਆ, ਉਹ ਤੇ ਕਲਯੁਗ ਦਾ ਅਵਤਾਰ ਸੀ। ਤੇ ਬਾਣੀ ਵਿੱਚ ਆਉਂਦਾ ਨਹੀਂ, ਗੁਰੂ ਨਾਨਕ ਰੂਪੀ ਚੋਲਾ ਕਲਯੁਗ ਵਿੱਚ ਪਹਿਨਿਆ ਹੈ। ਵੈਸੇ ਤੇ ਉਹ ਪਰਮਾਤਮਾ ਤੂੰ ਸਤਿਗੁਰ ਚੌਹਾਂ ਜੁਗੀ ਆਪ ਆਪੇ ਪਰਮੇਸ਼ਰ। ਕਿਤੇ ਗੁਰੂ ਨਾਨਕ ਨਿਰਗੁਣ ਸਰੂਪ ਹੈ, ਕਿਤੇ ਚੋਲਾ ਪਾ ਕੇ ਸਰਗੁਣ ਸਰੂਪ ਹੈ। ਉਹ ਤੇ ਜੁਗਾਂ ਜੁਗਾਂ ਦਾ ਮਾਲਕ ਹੈ। ਘਰ ਦੇ ਵਿੱਚ ਲਾਲ ਪੈਦਾ ਹੋਇਆ ਤੇ ਕਹਿੰਦੇ ਰੰਗ ਰੂਪ ਬੜਾ ਹੈ, ਮਗਦਾ ਸੀ ਫੁੱਲਾਂ ਵਾਂਗੂ, ਤੇ ਨਾਮ ਹੀ ਗੁਲਾਬ ਸਿੰਘ ਰੱਖਿਆ। ਛੋਟੇ ਹੁੰਦਿਆਂ ਦਾ ਨਾਮ ਇਹ ਜੇ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਫਰਮਾਨ ਹੈ ਵੀ ਜਦੋਂ ਕਿਰਪਾ ਹੋ ਜਾਵੇ ਨਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਸੀ ਤੇ ਗੁਰੂ ਅਰਜਨ ਸਾਹਿਬ ਨੇ ਇਹ ਬਚਨ ਕੀਤਾ ਸੀ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਪ੍ਰਗਟਿਆ ਭਗਤ ਪੂਤ ਗੋਬਿੰਦ ਕਾ। ਕੌਣ ਆਇਆ ਹੈ ਦੁਨੀਆ ਤੇ? ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ। ਗੁਰੂ ਅਰਜਨ ਸਾਹਿਬ ਕਹਿੰਦੇ ਆ, ਘਰ ਦੇ ਵਿੱਚ ਪਰਮਾਤਮਾ ਦਾ ਭਗਤ ਆਇਆ, ਨਿਮਰਤਾ ਦਾ ਪੱਖ ਹੈ। ਖੈਰ, ਦੇਣ ਵਾਲੇ ਗੁਰੂ ਨਾਨਕ ਸਾਹਿਬ ਨੇ। ਕੋਈ ਵੀ ਦਾਤ ਸਿੱਖਾ ਝੋਲੀ ਪੈਂਦੀ ਹੈ, ਗੁਰੂ ਨਾਨਕ ਸਾਹਿਬ ਦਿੰਦੇ ਨੇ। ਔਰ ਜਦੋਂ ਗੁਰੂ ਨਾਨਕ ਸਾਹਿਬ ਬਖਸ਼ਦੇ ਨੇ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ।
घर दी वेल वधदी है, पीढ़ी चलदी है, मन चिंदिया। एक कमाल दी गल है गुरु साहब बारे, इच्छा पूरक सर्ब सुख दाता, हर जाकै वस है काम धेना। हाँ, जिन्नी बाणी पढ़नी चाहिए असीं पढ़ते तो नहीं, क्योंकि घर विच दो तरह की औलाद हुंदी, एक लायक हुंदा ते एक नलायक हुंदा। लायक हुंदा जिहड़ा प्यो की आग्या च रहिंदा, नलायक हुंदा जिहड़ा आखे नहीं लगदा। पर ध्यान दिओ, रोटी प्यो दोवां दी नहीं खोंदा, नालायक नूं भी दिंदा ते लायक नूं भी दिंदा। ये जिहड़े साधु सतपुरुष ने उहने लायक, असीं आ नलायक। वो हुक्म विच चलदे ने, सिमरन करदे ने, वो ते मनण विच आया बुरकी उन्हां नूं मिलदी, झोलियां भरदियां ने। सानू आग्या मननी चाहिए है, सिमरन करना चाहिए है, बंदगी करनी चाहिए है। गुर सतगुर काजो सिख अखाए, सो भलके उठ हर नाम ते आवे। उदम करे भलके प्रभाती, इशनान करे अमृत सरना। हुक्म ते है भी दिन रात जपना है, पर नलायक आखे नहीं लगते बापू दे। पर बुरकी फिर भी नहीं खोंदा, झोलियां भरी जाता है। लायक ते नलायक सबना नूं देई जा रहा है। दीन दुनिया दे मालक सबना दी झोली भरदे ने। हुण ओदी किरपा होई, महाराज कहंदे मन चिंदिया सतगुर देवाया, भये अचिंत एक लिव लाया। मन नूं भाउंदी वस्तु वो दिंदा है, मन नूं भाउंदा लाल मंगिया ते लाल मिल गया है। खैर मैं फिर कह दवां, कहंदे देखियो इस गल वल ध्यान दिओ। ज्यों बालक पिता ऊपर करे बहु मान, बुलाया बोलै गुर कै भाण। गुज्जी छन्नी नाही बात, गुरु नानक तुठा कीनी दात। उस खसम दा बुलाया बोल रहा हाँ, ते बोल ये रहा हाँ भी गुरु नानक खुश हो जावे ते झोलियां भरदियां ने, नहीं ते नहीं, उदा नहीं भरदियां। खैर सरदार वीर सिंह चौधरी है, बेटा इन्हां दा पुत्र सुपुत्र भाई राम सिंह नंबरदार है। गुरु नानक साहब त्रुठे ने, बच्चे की दात मिल गई है, सुंदर स्वरूप है, चेहरा मोहरा मगदा है, गुलाब सिंह नाम रख दिता गया है। और एक ऐसी रूह दुनिया ते आई है जिहदे बारे बाणी दा फरमान है, जन्म मरण दोहू मैं नाही, जन परे उपकारी आए। और इंग्लैंड की धरती तक परोपकार किया बाबा ईसर सिंह ने। परोपकार की है, आप जुड़े ने ते होरां नूं गुरु नानक साहब दे चरनां नाल जोड़िया। संतो हुंदा है, संतो है जिहड़ा गुरु ग्रंथ साहब नाल जोड़े, गुरु दे नाल जोड़े। जिहड़ा आप गुरु बन के बैठे वो संत नहीं है, वो अधूरा है हजे। उहदे विच तमा ऐशा है वडियाई दी, जय जयकार करवाउण दी। जिहड़ा पूरा है वो खड़कदा नहीं, भांडा भरिया खड़कदा नहीं, मैं दी रट नहीं लाउंदा, उते तू कर रहा है। गुरु नानक वाल इशारा, गुरु नानक नाल जुड़ेगा। जिहड़ा खाली है वो खड़कदा बड़ा भांडा, वो मैं करी जांदा भी जो भी आ मैं आ। जिहड़ा पूरा है वो इस तरह नहीं करेगा। गुरु ग्रंथ साहब कहंदे भी कुछ ऐसियां रूहां ने दुनिया ते, जन्म मरण दुहू मैं नाही। वो ना जम्मण विच आउंदे ने ना मरण विच। ਇਹਦਾ मतलब की है, तुसीं आखोगे भी बाबा ईसर सिंह जां महापुरुष बाबा अतर सिंह ऐसे ब्रह्म वेते भगतां वल चले जाइए जो गुरु दे अंग ते बैठे हुए ने। भगत फरीद जी कबीर जी वर्गे आए भी ने ते गए भी ने। ये की है, जन्म मरण दोहू मैं नाही। ਇਹਦਾ की मतलब है? कहंदे गुरु ग्रंथ साहब विच जिक्र आउंदा है भी जम्मण मरण तो ਰਹਿ ਦਾ मतलब है भी कुछ मुगत रूहां ने दुनिया दे उत्ते, वो कर्मां दी मार भोगण दुनिया ते जम के नहीं आउंदियां।
ਤੇ ਕਰਮਾਂ ਦੀ ਮਾਰ ਭੋਗਣ ਮਰ ਕੇ ਦੁਨੀਆ ਤੋਂ ਪਰਲੋਕ ਨਹੀਂ ਜਾਂਦੀਆਂ। ਮੈਂ ਤੁਹਾਨੂੰ ਸੌਖੀ ਜੀ ਉਦਾਹਰਣ ਹੀ ਦੇ ਦਿੰਦਾ ਹੈ। ਜੇਲ੍ਹ ਉਹੀ ਹੈ, ਜੇਲ੍ਹ ਦੇ ਵਿੱਚ ਕੈਦੀ ਜਿਹੜੇ ਨੇ ਉਹ ਦੁੱਖ ਸੁੱਖ ਭੋਗ ਰਹੇ ਨੇ, ਉਹਨਾਂ ਨੂੰ ਸਜ਼ਾ ਮਿਲੀ ਹੈ, ਉਹ ਮਾਰ ਭੋਗ ਰਹੇ ਨੇ, ਕਰਤੂਤ ਦੀ ਮਾਰ ਭੋਗ ਰਹੇ ਨੇ। ਉਸੇ ਜੇਲ੍ਹ ਦੇ ਵਿੱਚ ਇੱਕ ਆਫਿਸਰ ਹੈ, ਉਹ ਜੇਲ੍ਹ ਵਿੱਚ ਕੋਈ ਕਰਮਾਂ ਦੀ ਮਾਰ ਨਹੀਂ ਭੋਗਣ ਗਿਆ, ਕੈਦ ਨਹੀਂ ਹੈ, ਉਹ ਜੇਲ੍ਹ ਦਾ ਸੁਧਾਰ ਕਰਨ ਗਿਆ, ਉਹਨਾਂ ਕੈਦੀਆਂ ਨੂੰ ਸੁਧਾਰਨ ਗਿਆ ਹੈ। ਕਰੈਕਸ਼ਨ ਆਫਿਸਰ ਹੈ, ਉਹ ਜੇਲ੍ਹ ਦੇ ਵਿੱਚ ਸੁਧਾਰ ਕਰਨ ਗਿਆ ਹੈ। ਇੱਦਾਂ ਜਿਹੜੇ ਸਾਧੂ ਨੇ, ਆਹ ਦੁਨੀਆ ਜੇਲ੍ਹ ਵਰਗੀ ਸਮਝ ਲਓ, ਅਸੀਂ ਤੇ ਆਏ ਹਾਂ ਦੁੱਖ ਸੁੱਖ ਭੋਗਣ, ਕਰਮਾਂ ਦੀ ਸਜ਼ਾ ਭੋਗਣ, ਕੁਝ ਕਰਮਾਂ ਦਾ ਲਿਖਿਆ ਸੁੱਖ ਲੈਣ। ਜਿਹੜੇ ਸਾਧੂ ਨੇ ਉਹਨਾਂ ਅਫਸਰਾਂ ਵਾਂਗੂ ਆਉਂਦੇ ਨੇ ਸਾਡਾ ਸੁਧਾਰ ਕਰਨ ਦੇ ਲਈ। ਕਾਹਦੇ ਲਈ ਆਉਂਦੇ ਨੇ? ਜਨ ਪਰਉਪਕਾਰੀ ਆਏ। ਪਰਉਪਕਾਰ ਕਾਹਦਾ ਕਰਨਾ ਹੈ? ਜੀ ਅਦਾਨ ਦੇ ਭਗਤੀ ਲਾਏ, ਹਰਸ਼ਿਓਂ ਲੈਣ ਮਿਲਾਏ। ਕਰਮਾਂ ਦੀ ਮਾਰ ਤੋਂ ਬਚਾਉਣ ਦਾ ਇੱਕੋ ਇੱਕ ਹੀ ਤਰੀਕਾ ਹੈ, ਉਹ ਹੈ ਪਰਮਾਤਮਾ ਦਾ ਨਾਮ। ਉਹ ਜੁੜੇ ਨੇ, ਸਾਨੂੰ ਜੋੜਨ ਆਏ ਨੇ, ਸਾਡਾ ਸੁਧਾਰ ਕਰਨ ਆਏ ਨੇ ਵੀ ਇਹ ਲੰਮੀ ਸਜ਼ਾ ਭੋਗ ਰਹੇ ਹੋ, ਚੰਗੇ ਕਰਮ ਕਰੋ, ਗੁਰੂ ਨਾਨਕ ਦਾ ਨਾਮ ਜਪੋ ਤੇ ਤੁਸੀਂ ਵੀ ਸਾਡੇ ਵਾਂਗੂ ਆਪ ਮੁਕਤ। ਕੌਣ ਨੇ ਸਾਧੂ? ਆਪ ਮੁਕਤ। ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਨਮ ਮਰਨ ਦੋਹੂ ਮੈਂ ਨਾਹੀ, ਜੰਮਣ ਤੇ ਮਰਨ ਤੋਂ ਰਹਿਤ ਨੇ। ਜੇ ਜੇਲ੍ਹ ਦਾ ਕੈਦੀ ਇਸ ਨਜ਼ਰ ਨਾਲ ਵੇਖੇ ਵੀ ਇਹ ਅਫਸਰ ਵੀ ਸ਼ਾਇਦ ਸਜ਼ਾ ਭੋਗਣ ਜੇਲ੍ਹ ਵਿੱਚ ਆਇਆ ਤੇ ਉਹ ਭੁਲੇਖੇ ਵਿੱਚ ਹੈ। ਜੇ ਅਸੀਂ ਦੁਨੀਆਦਾਰ ਲੋਕ ਇਹ ਵੇਖੀਏ ਵੀ ਸ਼ਾਇਦ ਇਹ ਮਹਾਂਪੁਰਸ਼ ਬੰਦਗੀ ਵਾਲਾ ਕੋਈ ਬਾਬਾ ਆਨੰਦ ਸਿੰਘ, ਕੋਈ ਬਾਬਾ ਈਸਰ ਸਿੰਘ, ਕੋਈ ਸੰਤ ਜਰਨੈਲ ਸਿੰਘ, ਐਸੇ ਮਹਾਂਪੁਰਸ਼ ਸ਼ਾਇਦ ਸਾਡੇ ਵਾਂਗੂ ਸਜ਼ਾ ਭੋਗਣ ਆਏ ਨੇ, ਸਾਨੂੰ ਭੁਲੇਖਾ ਹੈ। ਜਿਵੇਂ ਬੱਦਲ ਘੜੀ ਲਈ ਪਰਉਪਕਾਰ ਕਰਨ ਆਉਂਦਾ, ਇਹ ਮਹਾਂਪੁਰਸ਼ ਪਰਉਪਕਾਰ ਕਰਨ ਆਉਂਦੇ ਹਨ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਆਪ ਮੁਕਤ ਮੁਕਤ ਕਰੈ ਸੰਸਾਰ। ਆਪ ਮੁਕਤ ਨੇ, ਬੰਦਗੀ ਕਰਕੇ 84 ਲੱਖ ਜੂਨ ਤੋਂ ਮੁਕਤ ਨੇ ਔਰ ਮੁਕਤ ਕਰਨ ਆਏ ਨੇ। ਅੱਜ ਜਿੰਨੇ ਆਪਾਂ ਬੈਠੇ ਹਾਂ ਅਸੀਂ ਮੁਕਤ ਨਹੀਂ, ਅਸੀਂ ਜਨਮਾਂ ਦੀ ਮਾਰ ਭੋਗਣ ਆਏ। ਇੱਕ ਸ਼ਬਦ ਹੈ ਬਾਣੀ ਦੇ ਵਿੱਚ, ਉਹਦੇ ਅਰਥ ਤੋੜ ਮਰੋੜ ਕੇ ਅੱਜ ਕੱਲ੍ਹ ਕਥਾਕਾਰ ਬੜੇ ਕਰਦੇ ਨੇ, ਕਹਿੰਦੇ ਜੀ ਇਹ ਅੰਦਰ ਦੀ ਗੱਲ ਹੈ। ਅੰਦਰ ਦੀ ਤੇ ਕਿਸੇ ਨੇ ਵੇਖੀ ਨਹੀਂ, ਜਿਹੜੀ ਬਾਹਰ ਦੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਅੰਤ ਕਾਲ ਜੋ ਲక్ష్ਮੀ ਸਿਮਰੈ। ਅਸੀਂ ਕਾਹਦੇ ਲਈ ਆਏ ਹਾਂ? ਧਿਆਨ ਦਿਓ ਥੋੜ੍ਹਾ ਜਿਹਾ। ਔਰ ਮੈਂ 4 ਟੀਕਾਕਾਰਾਂ ਦੇ ਤੁਹਾਨੂੰ ਅਰਥ ਕਰਕੇ ਦੱਸਾਂਗਾ। ਅੰਤ ਕਾਲ ਜੋ ਲక్ష్ਮੀ ਸਿਮਰੈ, ਅਸੀਂ ਕਿਉਂ ਆਏ ਹਾਂ ਤੇ ਸਾਧ ਕਿਉਂ ਆਏ ਨੇ? ਧਿਆਨ ਦਿਓ ਅੰਤਰ ਕੀ ਹੈ। ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਹੁਣ ਕਈ ਵੀਰ ਕਹਿੰਦੇ ਨੇ ਵੀ ਇੱਥੇ ਜੂਨਾ ਜਾਨਾ ਨਹੀਂ ਹੁੰਦੀਆਂ, ਇਹ ਤੇ ਅੰਦਰ ਦੀ ਗੱਲ ਹੈ ਵੀ ਸੱਪ ਵਰਗਾ ਸੁਭਾਅ। ਜੇ ਸੱਪ ਹੁੰਦਾ ਤੇ ਫਿਰ ਜੇ ਬਾਹਰ ਸਥੂਲ ਸੱਪ ਵੇਖਿਆ ਹੈ ਤੂੰ ਕੁੰਡਲੀ ਆ ਤੇ ਫਿਰ ਹੀ ਉਦਾਹਰਣ ਬਣੀ ਹੈ ਅੰਦਰ ਦੀ। ਚਲੋ ਜੇ ਇੱਧਰ ਨੂੰ ਵੀ ਚੱਲ ਪਈਏ ਵੀ ਕੁਝ ਗੱਲਾਂ ਅੰਤਰੀਵ ਢੁਕਦੀਆਂ ਨੇ, ਤੇ ਜੇ ਕੋਈ ਆਖੇ ਵੀ ਇਹ ਜਿਹੜੀਆਂ ਜੂਨਾਂ ਇਹ ਅੰਦਰ ਦੀ ਗੱਲ ਹੈ ਬਾਹਰ ਦੀ ਗੱਲ ਨਹੀਂ, ਤੇ ਲਿਆਓ ਮੈਨੂੰ ਲਿਖ ਕੇ ਦਿਓ ਵੀ ਅੰਦਰ ਕਿਹੜੀ 84 ਲੱਖ ਜੂਨ ਬੈਠੀ ਹੈ। ਬਾਹਰ ਤੇ ਤੁਹਾਨੂੰ ਲੱਭ ਪੈਣਗੀਆਂ, ਜਿਹਨੂੰ ਨਹੀਂ ਲੱਭਦੀਆਂ ਡਿਸਕਵਰੀ ਚੈਨਲ ਦੇਖ ਲਿਓ ਤੇ ਬੜਾ ਕੁਝ ਲੱਭ ਜਾਵੇਗਾ। ਅੰਦਰ ਤੇ ਲੱਭਦਾ ਨਹੀਂ ਇਹ ਕੁਝ। ਹਾਂ, ਕੁਝ ਗੱਲਾਂ ਦਾ ਅੰਤਰੀ ਤੌਰ ਤੇ ਜ਼ਿਕਰ ਹੈ। ਇੱਥੇ ਜਿਹੜਾ ਤਰਕਵਾਦੀ ਮਹਿਕਮਾ ਹੈ ਜ਼ਿਆਦਾ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜ੍ਹਦਾ ਹੈ, ਪਰ ਕਈ ਵਾਰ ਉਹਦੇ ਨਾਲ ਵੀ ਬੇਈਮਾਨੀ ਕਰ ਜਾਂਦੇ ਨੇ ਵੀਰ, ਉਹਦੇ ਅਰਥਾਂ ਤੋਂ ਵੀ ਉਲਟ ਬੋਲ ਜਾਂਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਨੇ ਜੋ ਅਰਥ ਕੀਤੇ ਨੇ, ਉਹ ਕਹਿੰਦਾ ਹੈ ਵੀ ਜਿਹੜਾ ਮਨੁੱਖ ਮਰਨ ਵੇਲੇ ਧਨ ਨੂੰ ਚੇਤੇ ਰੱਖਦਾ ਹੈ, ਧਨ ਨੂੰ ਸਿਮਰਦਾ ਹੈ, ਧਨ ਨੂੰ ਯਾਦ ਰੱਖਦਾ ਹੈ,
ਆਪਦੀ ਸੋਚ ਵਿੱਚ ਅਪਣਾ ਕੇ ਰੱਖਦਾ ਹੈ, ਉਹ ਵਾਰ-ਵਾਰ ਸੱਪ ਦੀ ਜੂਨੇ ਆਉਂਦਾ। ਇਹ ਪ੍ਰੋਫੈਸਰ ਸਾਹਿਬ ਸਿੰਘ ਦਾ ਅਰਥ ਹੈ ਔਰ ਸੰਗਤੇ ਪੜ੍ਹ ਸਕਦੀ ਹੈ। ਦੂਸਰਾ ਅਰਥ ਬੜੇ ਵੱਡੇ ਵਿਦਵਾਨ ਹੋਏ ਨੇ, ਸਰਦਾਰ ਮਨਮੋਹਨ ਸਿੰਘ ਜੀ, ਉਹਨਾਂ ਦਾ ਤੁਸੀਂ ਟੀਕਾ ਪੜ੍ਹ ਲਿਓ, ਉਹਨਾਂ ਮਹਾਂਪੁਰਸ਼ਾਂ ਦਾ ਟੀਕਾ ਪੜ੍ਹ ਲਿਓ, ਵਿਦਵਾਨ ਦਾ ਟੀਕਾ ਪੜ੍ਹ ਲਿਓ। ਕਹਿੰਦੇ ਅਖੀਰ ਦੇ ਸਮੇਂ ਜਿਹੜਾ ਧਨ ਨੂੰ, ਦੌਲਤ ਨੂੰ ਯਾਦ ਕਰਦਾ ਹੈ, ਇੱਕ ਵਾਰ ਨਹੀਂ ਵਾਰ-ਵਾਰ ਸੱਪ ਦੀ ਜੂਨੇ ਕਹਿੰਦੇ ਆਵੇਗਾ। ਵਾਰ-ਵਾਰ, ਇੱਕ ਵਾਰ ਨਹੀਂ, ਵਾਰ-ਵਾਰ। ਫਰੀਦਕੋਟ ਵਾਲਾ ਟੀਕਾ ਪੜ੍ਹ ਲਓ, ਉਹ ਮਹਾਂਪੁਰਸ਼ਾਂ ਦਾ, ਉਹ ਸੰਤਾਂ ਦਾ, ਉਹਨਾਂ ਦੇ ਅਰਥ ਤੇ ਸਾਫ਼ ਹੀ ਨੇ। ਜਿਹੜਾ ਹਰ ਸਮੇਂ ਧਨ ਦੀ ਰੱਟ ਲਾਈ ਛੱਡੇ, ਉਹ ਸੱਪ ਬਣੇਗਾ। ਔਰ ਅੰਤ ਸਮਾਂ ਇਹ ਨਹੀਂ ਹੁੰਦਾ ਵੀ ਬੁੱਢੇ ਹੋ ਗਏ, ਮੰਜੇ ਤੇ ਪੈ ਗਏ, ਡਾਕਟਰਾਂ ਜਵਾਬ ਦੇ ਤਾ ਤੇ ਬਾਪੂ ਹੋਣੀ ਹੁਣ ਚੜ੍ਹਾਈ ਕਰਨ ਲੱਗੇ ਨੇ। ਨਹੀਂ, ਅੰਤ ਸਮਾਂ ਕੋਈ ਪਤਾ ਨਹੀਂ ਵੀ ਇਹੋ ਹੀ ਸਾਹ ਬਣ ਜਾਵੇ, ਇਹ ਬਾਹਰ ਆਵੇ ਕਿ ਨਾ ਆਵੇ। ਭਾਈ ਮਰਦਾਨਾ ਤੇ ਭਾਈ ਬਾਲਾ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਬੈਠੇ ਤੇ ਸਹਿ ਸੁਭਾਅ ਗੁਰੂ ਸਾਹਿਬ ਕਹਿੰਦੇ, ਮਰਦਾਨਾ ਜੀ, ਜੀਵਨ ਦਾ ਕੋਈ ਪਤਾ ਨਹੀਂ ਹੈ, ਯਾਤਰਾ ਕਿੱਥੇ ਮੁੱਕ ਜਾਵੇ। ਕੁਝ ਨਾ ਕੁਝ ਅੰਦਾਜ਼ਾ ਲਾ ਸਕਦੇ ਜੇ ਵੀ ਕਿੰਨੇ ਕੁ ਦਿਨ ਕੱਢਾਂਗੇ। ਕਹਿੰਦਾ ਜੀ ਹੱਟੇ ਕੱਟੇ ਆ, 2-4 ਦਿਨ ਨਹੀਂ ਲਈਦੇ, ਅਜੇ ਜਵਾਨੀ ਹੈ। ਮਹਾਰਾਜ ਹੱਸ ਪਏ। ਤਰੀਕਾ ਹੁੰਦਾ ਸਤਿਪੁਰਸ਼ਾਂ ਦੇ ਸਮਝਾਉਣ ਦਾ। ਕਹਿੰਦੇ ਬਾਲਿਆ ਤੂੰ ਦੱਸ। ਕਹਿੰਦਾ ਮਹਾਰਾਜ ਕੋਈ ਰੋਗ ਨਹੀਂ, ਤਨ ਨਵਾਂ ਨਰੋਆ ਹੈ, ਤੁਹਾਡੀ ਕਿਰਪਾ ਹੈ। ਕੀ ਹੋ ਚੱਲਿਆ 1-2 ਦਿਨ, ਜੀਂਦੇ ਜਾਗਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਅੱਜ ਸੁੱਤੇ ਆ, ਪਤਾ ਨਹੀਂ ਸਵੇਰ ਹੋਵੇਗੀ ਕਿ ਨਹੀਂ। ਕਈ ਵਾਰ ਆਪਾਂ ਕਹਿੰਦੇ ਨਾ, ਉਹ ਜੀ ਬਜ਼ੁਰਗ ਚੜ੍ਹਾਈ ਕਰਕੇ ਜੀ ਉਹ ਰਾਤ ਤੇ ਚੰਗੇ ਭਲੇ ਸੀ, ਉੱਠੇ ਹੀ ਨਹੀਂ ਸਵੇਰੇ। ਕਿੱਥੇ ਗੱਡੀ ਵੱਜ ਜਾਵੇ, ਕਿੱਥੇ ਕਾਲ ਸਿਰ ਤੇ ਬੈਠਾ ਹੈ, ਜਦੋਂ ਮਰਜ਼ੀ ਵਾਲਾਂ ਤੋਂ ਫੜ ਕੇ ਧੂ ਲਵੇ, ਕੋਈ ਪਤਾ ਹੈ, ਕੋਈ ਗਰੰਟੀ ਹੈ। ਮਹਾਰਾਜ ਕਹਿੰਦੇ ਇੱਕ ਦਮ ਦੀ ਵੀ ਗਰੰਟੀ ਨਹੀਂ ਹੈ ਵੀ ਜਿਹੜਾ ਸਾਹ ਅੰਦਰ ਗਿਆ ਹੈ ਉਹ ਬਾਹਰ ਆਵੇਗਾ ਕਿ ਨਹੀਂ। ਇੱਕ ਦਮ ਦੀ ਔਕਾਤ ਹੈ ਬੰਦੇ ਦੀ, ਜਿਹੜਾ ਅੰਦਰ ਹੈ। ਬਸ ਹੁਣ ਪਤਾ ਨਹੀਂ ਉਹ ਦਮ ਬਾਹਰ ਆਵੇ ਕਿ ਨਾ ਆਵੇ। ਇਹਦੋਂ ਵੱਧ ਕੇ ਕੋਈ ਗਰੰਟੀ ਨਹੀਂ ਹੈ, ਕੋਈ ਮੋਹਲਤ ਨਹੀਂ ਹੈ ਵੀ 2-4 ਦਿਨ ਤੁਸੀਂ ਕੱਢੋਗੇ। ਨਾ ਕਿਸੇ ਨੂੰ ਮੋਹਲਤ ਕਾਲ ਨੇ ਦਿੱਤੀ ਹੈ। ਫਾਰਸੀ ਦੇ ਵਿੱਚ ਵਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਮਮਸਰ ਮੋਏ ਇਜ਼ਰਾਇਲ ਗਿਰਫਤੇ, ਦਿਲ ਹੇਚ ਨਾ ਦਾਨੀ। ਮਮਸਰ ਮੇਰਾ ਸਿਰ, ਅਜ਼ਰਾਈਲ, ਈਲ ਕਹਿੰਦੇ ਨੇ ਗੁਲਾਮ ਨੂੰ, ਤੇ ਅਜ਼ਰਾ ਉਹ ਅਕਾਲ ਪੁਰਖ। ਪਰਮਾਤਮਾ ਦਾ, ਉਸ ਦੀਨ ਦੁਨੀਆ ਦੇ ਮਾਲਕ ਦਾ, ਨਾਨਕ ਨਿਰੰਕਾਰੀ ਦਾ ਨੌਕਰ ਹੈ, ਚਾਕਰ ਹੈ, ਜਮਰਾਜ, ਮੌਤ ਦਾ ਦੇਵਤਾ ਹੈ। ਹਰ ਇੱਕ ਦੇ ਸਿਰ ਉੱਤੇ ਵਾਲਾਂ ਨੂੰ ਫੜ ਕੇ ਬੈਠਾ ਹੋਇਆ ਹੈ। ਵਾਲਾਂ ਤੋਂ ਫੜਨ ਦਾ ਭਾਵ ਹੈ ਵੀ ਬਾ ਬੈਠਾ ਜੇ, ਚੇਤਾ ਰੱਖਿਓ ਉਹਦਾ। ਮਮਸਰ ਮੋਏ ਇਜ਼ਰਾਇਲ ਗਿਰਫਤੇ ਦਿਲ ਹੇਚ ਨਾ ਦਾਨੀ। ਕਹਿੰਦੇ ਤੂੰ ਕਿਉਂ ਨਹੀਂ ਚੇਤਾ ਕਰਦਾ ਮੌਤ ਨੂੰ, ਕਿਉਂ ਭੁੱਲ ਗਿਆ ਹੈ? ਤੂੰ ਦੂਰ ਸਮਝੀ ਬੈਠਾ, ਉਹਦੇ ਸਿਰ ਤੇ ਬੈਠੀ ਹੈ ਵਾਲਾਂ ਨੂੰ ਫੜ ਕੇ, ਕਿਉਂ ਨਹੀਂ ਸਮਝਦਾ? ਕਹਿੰਦੇ ਇਸ ਗੱਲ ਨੂੰ। ਤੇ ਜਿਹੜਾ ਬੈਠਾ ਹੀ ਸਿਰ ਤੇ ਹੈ, ਜਦੋਂ ਮਰਜ਼ੀ ਵਾਲੋਂ ਫੜ ਕੇ ਸੁੱਟ ਲਵੇ, ਉੱਥੇ ਗਰੰਟੀ ਕਿਹੜੇ ਸਾਹ ਦੀ ਦਓਗੇ ਦੱਸੋ? ਕੋਈ ਸਾਹ ਦੀ ਗਰੰਟੀ ਨਹੀਂ ਹੈ। ਫਿਰ ਕੀ ਹੈ? ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਆਪਣਾ ਸੁਭਾਅ ਹੈ ਹਰ ਸਮੇਂ ਮਾਇਆ ਮਾਇਆ, ਪੈਸਾ ਪੈਸਾ ਕਰਦੇ ਹਾਂ। ਕਿਤੇ ਮੌਤ ਆ ਗਈ ਚੜ੍ਹ ਕੇ, ਮੌਤ ਨੇ ਆ ਕੇ ਘੇਰਾ ਪਾ ਲਿਆ, ਚੇਤੇ ਵਿੱਚ ਸੰਸਾਰ ਹੋਇਆ,
ਚੇਤੇ ਵਿੱਚ ਪੈਸੇ ਹੋਏ ਤੇ ਰੱਬ ਤਾਈਂ ਕਿਵੇਂ ਪਹੁੰਚਾਂਗੇ। ਵੇਖੋ ਜਿਹਨੂੰ ਯਾਦ ਕਰੀਏ ਉਹਦੇ ਕੋਲ ਹੀ ਰਹੀਦਾ, ਜਿੱਥੇ ਪ੍ਰੇਮ ਹੋਵੇ ਉੱਥੇ ਹੀ ਰਹੀਦਾ। ਆਪਦੇ ਨਿਆਣਿਆਂ ਨਾਲ ਹੀ ਰਹਿੰਦੇ ਜੇ, ਗੁਆਂਢੀਆਂ ਦੇ ਨਿਆਣਿਆਂ ਨਾਲ ਤਾਂ ਨਹੀਂ ਨਾ ਕੋਈ ਰਹਿੰਦਾ, ਕਿਉਂਕਿ ਉੱਥੇ ਪਿਆਰ ਨਹੀਂ ਹੈ। ਜਾਣ ਲੱਗਿਆਂ ਪਿਆਰ ਸੀ ਸੰਸਾਰ ਵਿੱਚ, ਤੇ ਸੰਸਾਰ ਤੇ ਹੀ ਫਿਰ 84 ਲੱਖ ਜੂਨਾਂ ਵਿੱਚ ਰਹਿਣਾ ਪੈ ਗਿਆ। ਤੇ ਜੇ ਜਾਣ ਲੱਗਿਆਂ ਪਿਆਰ ਨਿਰੰਕਾਰ ਵਿੱਚ ਹੁੰਦਾ ਤੇ ਫਿਰ ਜਾਂਦੇ ਸੱਚਖੰਡ, ਉਹ ਰਹਿਣਾ ਇੱਥੇ ਹੀ ਪੈ ਗਿਆ। ਹੁਣ ਸਰਦਾਰ ਮਨਮੋਹਨ ਸਿੰਘ ਨੂੰ ਪੜ੍ਹ ਲਓ, ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜ੍ਹ ਲਓ, ਜਾਂ ਤੁਸੀਂ ਫਰੀਦਕੋਟ ਵਾਲਾ ਟੀਕਾ ਪੜ੍ਹ ਲਓ, ਕਿਸੇ ਦਾ ਵੀ ਟੀਕਾ ਪੜ੍ਹ ਲਓ, ਹਰ ਇੱਕ ਮਹਾਂਪੁਰਸ਼ ਦਾ ਇਹ ਕਥਨ ਹੈ ਵੀ ਜੂਨਾਂ ਮੌਜੂਦ ਨੇ ਦੁਨੀਆ ਦੇ ਉੱਤੇ ਤੇ ਜੂਨਾਂ ਵਿੱਚ ਆਉਣਾ ਪੈਣਾ ਹੈ। ਇਹ ਬੜਾ ਲੰਮਾ ਸ਼ਬਦ ਹੈ, ਮੈਂ ਇੱਕ ਪੰਕਤੀ ਦੇ ਅਰਥ ਕਰ ਦਿੱਤੇ ਨੇ, ਬਾਕੀ ਤੁਸੀਂ ਆਪ ਸਮਝ ਲਿਓ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਉਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਲ ਉਤਰੈ। ਪਾਤਸ਼ਾਹ ਕਹਿੰਦੇ ਬਹੁਤਾ ਮੋਹ ਹੈ ਨਿਆਣਿਆਂ ਨਾਲ। ਕੋਈ ਸੂਰ ਬਣ ਗਿਆ, ਮਾਇਆ ਨਾ ਮੋਹ ਸੀ ਸੱਪ ਬਣ ਗਿਆ। ਮਹਿਲਾਂ ਵਿੱਚ ਧਿਆਨ ਸੀ, ਕੋਠੀਆਂ ਵਿੱਚ ਧਿਆਨ ਸੀ, ਘਰ ਵਿੱਚ ਧਿਆਨ ਸੀਗਾ, ਇੱਥੇ ਹੀ ਭੂਤ ਬਣ ਕੇ ਰਵੇਂਗਾ, ਕਿਤੇ ਨਹੀਂ ਜਾਂਦਾ ਤੂੰ। ਹੁਣ ਕਬੀਰ ਜੀ ਨੂੰ ਪੁੱਛੋ ਵੀ ਇਹ ਜੂਨਾਂ ਹੁੰਦੀਆਂ ਨੇ ਕਿ ਐਵੇਂ ਗੱਪਾਂ ਹੀ ਵੱਡੀਆਂ ਨੇ, ਵੀ ਇਹ ਕੁਝ ਹੈ ਵੀ ਦੁਨੀਆ ਦੇ ਉੱਤੇ ਕਿ ਗੱਪਾਂ ਹੀ ਨੇ। ਆ ਜਿਹੜੀਆਂ ਜੂਨਾਂ ਦਾ ਜ਼ਿਕਰ ਹੈ ਵੀ ਇਹ 84 ਲੱਖ ਜੂਨਾਂ ਨੇ, ਇਹ ਮੌਜੂਦ ਨੇ। ਤੇ ਕਬੀਰ ਜੀ ਦਾ ਜਵਾਬ ਹੈ, ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਿਤੇ ਕਹਿੰਦੇ ਜੰਗਮ ਬਣਿਆ ਹੈ, ਜਾਨਵਰ ਬਣਿਆ ਹੈ, ਚੌਹਾਂ ਲੱਤਾਂ ਵਾਲਾ ਬਣਿਆ ਹੈ। ਕਿਤੇ ਅਸਥਿਤ ਸੀ ਤੂੰ ਪੱਥਰ ਬਣਿਆ, ਸਥਾਵਰ ਬਣਿਆ ਹੈ। ਕੀਟ ਪਤੰਗਾ, ਕਿਤੇ ਕੀੜਾ ਵੀ ਬਣਿਆ, ਕਿਤੇ ਪਤੰਗਾ ਵੀ ਬਣਿਆ ਹੈ। ਬੜੀਆਂ ਜੂਨਾਂ ਵਿੱਚ ਤੂੰ ਆਇਆ ਹੈ। ਭਾਈ ਸੰਤ ਸਿੰਘ ਖਾਲਸਾ ਨੇ ਇੰਗਲਿਸ਼ ਦੇ ਵਿੱਚ ਟੀਕਾ ਕੀਤਾ ਗੁਰੂ ਗ੍ਰੰਥ ਸਾਹਿਬ ਦਾ। ਉਹਦਾ ਟੀਕਾ ਪੜ੍ਹ ਕੇ ਵੀ ਕਿਤੇ ਉਹਨੂੰ ਪੁੱਛਿਓ ਵੀ ਅੰਤ ਕਾਲ ਜੋ ਲక్ష్ਮੀ ਸਿਮਰੈ, ਇਹਦਾ ਅਰਥ ਕੀ ਹੈ। ਉਹ ਲਿਖਦਾ ਹੈ, ਐਟ ਦਾ ਵੈਰੀ ਲਾਸਟ ਮੂਮੈਂਟ one who thinks of wealth, at the very last moment one who thinks of wealth and dies in such thoughts। ਜਿਹੜਾ ਮਾਇਆ ਬਾਰੇ ਸੋਚਦਾ, ਵਿਚਾਰ ਕਰਦਾ, ਅੰਤ ਨੂੰ ਮਰ ਗਿਆ, ਮੁੱਕ ਗਿਆ, shall be reincarnated, ਉਹਦਾ ਦੋਹਰੇ ਜਨਮ ਹੋਵੇਗਾ, ਓਵਰ ਐਂਡ ਓਵਰ ਅਗੇਨ ਇਨ ਦਾ ਫਾਰਮ ਆਫ ਸਰਪੈਂਟ। ਕਹਿੰਦਾ ਉਹਦਾ ਜਨਮ ਹੋਵੇਗਾ, ਵਾਰ-ਵਾਰ ਸੱਪ ਬਣੇਗਾ। ਤੇ ਇਹ ਵੱਡੇ ਟੀਕਾਕਾਰ ਨੇ ਜਿਹੜੇ ਕਹਿੰਦੇ ਉਹ ਜੀ ਅੰਦਰ ਦੀ ਗੱਲ ਕੀਤੀ ਹੈ। ਇਹ ਕੋਈ ਗਰੰਟੀ ਹੈ? 4 ਟੀਕੇ ਤੁਹਾਨੂੰ ਸੁਣਾ ਦਿੱਤੇ ਨੇ ਮੈਂ। ਪ੍ਰੋਫੈਸਰ ਸਾਹਿਬ ਸਿੰਘ, ਸਰਦਾਰ ਮਨਮੋਹਨ ਸਿੰਘ, ਫਰੀਦਕੋਟ ਵਾਲੇ ਮਹਾਂਪੁਰਸ਼ਾਂ ਦਾ ਟੀਕਾ, ਤੇ ਇੰਗਲਿਸ਼ ਦੇ ਵਿਦਵਾਨ ਇਸ ਮਹਾਂਪੁਰਸ਼ ਦਾ ਟੀਕਾ। ਜੂਨਾਂ ਮੌਜੂਦ ਨੇ, ਜੂਨਾਂ ਵਿੱਚ ਹਰ ਇੱਕ ਨੂੰ ਆਉਣਾ ਜਾਣਾ ਪੈਂਦਾ। ਸੰਸਾਰ ਵਿੱਚ ਧਿਆਨ, ਇਹ ਪੰਕਤੀ ਕਹਿ ਕੇ ਮੈਂ ਫਤਿਹ ਬੁਲਾ ਦੇਵਾਂ, ਸਮੇਂ ਦੀ ਸਮਾਪਤੀ ਹੈ। ਸੰਸਾਰ ਵਿੱਚ ਧਿਆਨ ਰਹਿ ਗਿਆ ਤੇ ਇੱਥੇ ਆਓਗੇ, ਕਿਉਂਕਿ ਇੱਕ ਬੰਦੇ ਦੀ ਜਿੱਦ ਹੈ। ਜਦੋਂ ਇੰਡੀਆ ਤੁਸੀਂ ਕਦੇ ਰਹਿੰਦੇ ਸੀ, ਇਹ ਜਿੱਦ ਬਣ ਗਈ, ਇਹ ਖਿਆਲ ਬਣ ਗਿਆ ਵੀ ਹੁਣ ਇੰਗਲੈਂਡ ਜਾਣਾ, ਤੇ ਆ ਗਏ ਜੇ। ਜਿੱਥੇ ਮੋਹ ਹੋਵੇ, ਜਿਹੜਾ ਯਾਦ ਵਿੱਚ ਹੋਵੇ, ਉੱਥੇ ਮੰਜ਼ਲਾਂ ਮਾਰਦਾ ਬੰਦਾ ਪਹੁੰਚ ਹੀ ਜਾਂਦਾ। ਰੱਬ ਨਾਲ ਮੋਹ ਹੀ ਨਹੀਂ ਹੈ, ਨਿਰੰਕਾਰ ਵਿੱਚ ਧਿਆਨ ਹੀ ਨਹੀਂ ਹੈ, ਉਹਦੇ ਦੇਸ਼ ਪਹੁੰਚ ਨਹੀਂ ਸਕਾਂਗੇ। ਧਿਆਨ ਨਿਆਣਿਆਂ ਵਿੱਚ ਹੈ, ਪੁੱਤਰਾਂ ਵਿੱਚ ਹੈ, ਮਾਇਆ ਵਿੱਚ ਹੈ, ਸੰਸਾਰ ਵਿੱਚ ਹੈ। ਇੱਥੇ ਹੀ ਰਹਿਣਾ ਪੈਣਾ, ਤੇ ਇੱਥੇ ਰਹਿਣ ਦੇ ਫਿਰ ਜ਼ਰੀਏ ਜਿਹੜੇ ਨੇ ਉਹ 84 ਲੱਖ ਜੂਨਾਂ ਨੇ। ਤਾਂ ਹੀ ਆਖਿਆ ਸੀ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਖਸਮ ਨੂੰ ਨਿਰੰਕਾਰ ਨੂੰ ਚੇਤੇ ਕਰ ਲੈ। ਤੇ ਇਹ ਸੱਪਾਂ, ਇਹ ਕੀੜਿਆਂ ਮਕੌੜਿਆਂ ਜੋਗੀ ਜੰਗਮਾਂ ਦੀਆਂ ਜੂਨਾਂ ਤੋਂ ਰਹਿਤ ਹੋਵੇਂਗਾ। ਇਹ ਚੇਤੇ ਖਸਮ ਨਾ ਆਇਆ ਤੇ ਜਾਣਾ ਪੈਣਾ।
ਕਰਮਾਂ ਦੀ ਗਤ ਭੋਗਣ ਜਾਵੇਂਗਾ, ਫਿਰ ਜੂਨਾਂ ਦੇ ਵਿੱਚ ਆਵੇਂਗਾ। ਤਰਲੋਚਨ ਭਗਤ ਨੇ ਸਿੱਧਾ ਕਹਿ ਦਿੱਤਾ, ਕਹਿੰਦਾ ਜੇ ਨਿਰੰਕਾਰ ਤਾਈਂ ਪਹੁੰਚਣਾ ਹੈ ਤੇ ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ, ਉੱਥੇ ਧਿਆਨ ਲਾ ਤੇ ਉੱਥੇ ਤੂੰ ਪਹੁੰਚ ਜਾਵੇਂਗਾ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ। ਪਿਤੰਬਰ ਵਾਕੈ ਹਿਰਦੈ ਬਸੈ ਆਖਣ ਲੱਗਾ, ਜੇ ਕਿਤੇ ਅੰਤ ਦੇ ਸਮੇਂ ਉਹ ਚੇਤੇ ਆ ਗਿਆ ਤੇ ਫਿਰ ਉਡਾਰੀ ਮਾਰ ਕੇ ਉਹਦੇ ਦੇਸ਼ ਪਹੁੰਚ ਜਾਵੇਂਗਾ, ਫਿਰ ਉੱਥੇ ਪਹੁੰਚਿਆ ਜਾ ਸਕਦਾ ਹੈ, ਨਹੀਂ ਤੇ ਨਹੀਂ। ਮਤਲਬ ਵੀ ਜਿੰਨੀਆਂ ਵੀ ਜੋਨੀਆਂ ਵਹਿੰਦੇ ਹੋ, ਇਹ ਰਚਨਾ ਵਹਿੰਦੇ ਹੋ, ਅਸੀਂ ਆਏ ਹਾਂ ਕਰਮਾਂ ਦੀ ਮਾਰ ਭੋਗਣ। ਕੋਈ ਪੈਸੇ ਨਾਲ ਜੁੜਿਆ, ਕੋਈ ਨਿਆਣਿਆਂ ਨਾਲ, ਕੋਈ ਮੰਦਰਾਂ ਨਾਲ, ਕੋਈ ਘਰਾਂ ਨਾਲ, ਉਹ ਫਿਰ ਇੱਥੇ ਹੀ ਰਹਿ ਗਿਆ। ਜੋਨੀਆਂ ਬਦਲ ਜਾਂਦੀਆਂ, ਰਹਿ ਇੱਥੇ ਹੀ ਗਿਆ। ਸੰਤੋ ਹੈ ਫਿਰ ਪੜਾ ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇਹੋ ਜੀਉ ਬਹੁਤ ਗਰਭ ਵਾਸੇ, ਅਸੀਂ ਤੇ ਬੜੀ ਵਾਰ ਗਰਭ ਵਿੱਚ ਆਏ ਹਾਂ, ਜੋਨੀਆਂ ਵਿੱਚ ਆਏ ਹਾਂ, ਮੋਹ ਮਗਨ ਮੀਠ ਜੋਨ ਫਾਸੇ। ਕਾਰਨ ਸੀ ਅਸੀਂ ਮੋਹ ਮਾਇਆ 'ਚ ਰੁੱਝੇ ਹੋਏ ਸਾਂ, ਜਿੱਥੇ ਜਿੱਥੇ ਮੋਹ ਲੱਗਿਆ ਸੀ ਉੱਥੇ ਉੱਥੇ ਹੀ ਆ ਗਏ। ਜੇ ਕੋਈ ਕਰਮਾਂ ਦੀ ਮਾਰ ਨਹੀਂ ਭੋਗਣ ਆਉਂਦਾ ਤੇ ਉਹ ਮਹਾਂਪੁਰਸ਼ ਹੁੰਦੇ ਨੇ, ਅਵਤਾਰੀ ਪੁਰਸ਼ ਹੁੰਦੇ ਨੇ। ਕਿਹੜੀਆਂ ਜੂਨਾਂ ਸਨ ਮੈਂ ਅੱਗੇ ਕਹਿ ਗਿਆ, ਅਸਥਾਵਰ ਜੰਗਮ ਕੀਟ ਪਤੰਗਾ, ਬੇਅੰਤ ਜੋਨੀਆਂ ਦਾ ਜ਼ਿਕਰ ਹੈ। ਔਰ ਇੱਕ ਨਹੀਂ, ਐਸੇ ਘਰ ਹਮ ਬਹੁਤ ਬਸਾਏ। ਇੱਕ ਵਾਰ ਥੋੜ੍ਹੀ ਗਰਭ ਵਿੱਚ ਆਏ ਹਾਂ, ਵਾਰ-ਵਾਰ ਸਾਨੂੰ ਆਉਣਾ ਪਿਆ। ਗੁਰਮੁਖ ਹਰ 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 ਲਿਵ ਲਾਗੇ। ਬਚਿਆ ਕੌਣ ਹੈ? ਜਿਹੜਾ ਗੁਰੂ ਵੱਲ ਮੁਖ ਕਰਕੇ ਪਰਮਾਤਮਾ ਵਿੱਚ ਲਿਵ ਲਾ ਕੇ ਜਨਮ ਮਰਨ ਦੋਹੂ ਦੁੱਖ ਭਾਗੈ। ਜਿਹੜਾ ਗੁਰੂ ਦੇ ਵੱਲ ਮੁਖ ਕਰਕੇ ਗੁਰੂ ਨਾਲ ਪ੍ਰੇਮ ਪਾ ਕੇ ਸੰਸਾਰ ਦਾ ਪਿਆਰ ਛੱਡ ਕੇ ਨਿਰੰਕਾਰ ਨਾਲ ਪਿਆਰ ਪਾ ਕੇ ਬਹਿ ਗਿਆ, ਫਿਰ ਉਹਦੇ ਕੋਲ ਹੀ ਚਲਿਆ ਗਿਆ। ਕੇਵਲ ਉਹ ਪਹੁੰਚ ਪਾਇਆ। ਉਸ ਪਹੁੰਚੇ ਹੋਏ ਲਈ ਇਹ ਫਰਮਾਨ ਹੈ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜਨ ਕੀ ਮਹਿਮਾ ਕੇਤਕ ਬਰਨੋ। ਕਿੰਨੀ ਮਹਿਮਾ ਉਹਦੀ ਕਰ ਲਵੋਗੇ। ਜਨ ਕੀ ਮਹਿਮਾ ਕੇਤਕ ਬਰਨੋ, ਜੋ ਪ੍ਰਭ ਆਪਣੇ ਭਾਣੇ। ਜਿਹੜੇ ਭਾ ਗਏ ਉਹਦੇ ਕੋਲ ਚਲੇ ਗਏ। ਫਿਰ ਜਦੋਂ ਉਹ ਬਚਨ ਕਰਦਾ ਹੈ ਵੀ ਜਿੱਦਾਂ ਤੁਸੀਂ ਜੋੜੇ ਹੋ, ਦੁਨੀਆ ਤੇ ਦੁੱਖ ਬੜਾ, ਕਲੇਸ਼ ਬੜਾ, ਜਾ ਕੇ ਇਸੇ ਤਰ੍ਹਾਂ ਹੀ ਸੰਸਕਾਰ ਸ਼ੁਭ ਬਖਸ਼ ਕੇ ਮੇਰੇ ਨਾਲ ਜੋੜੋ, ਲੋਕਾਂ ਦੇ ਦੁੱਖ ਕੱਟੋ। ਉਹ ਮੁਕਤ ਰੂਹਾਂ ਫਿਰ ਦੁਨੀਆ ਤੇ ਆਉਂਦੀਆਂ ਨੇ। ਔਰ ਜਿਵੇਂ ਆਪ ਜੁੜੇ ਸਨ, ਸਾਨੂੰ ਵੀ ਜੋੜਨ ਦਾ ਯਤਨ ਕਰਦੇ ਨੇ। ਤੇ ਜਿਹੜਾ ਰੀਸ ਨਾਲ ਸੰਤ ਕਾ ਮਾਰਗ ਧਰਮ ਕੀ ਪੌੜੀ, ਉਹ ਪੌੜੀ ਚੜ੍ਹ ਗਿਆ ਪਿੱਛੇ ਪਿੱਛੇ। ਜਿਵੇਂ ਉਹਨਾਂ ਗੁਰੂ ਨਾਨਕ ਨੂੰ ਖੁਸ਼ ਕੀਤਾ ਹੈ, ਸਾਡੇ ਵਰਗਾ ਵੀ ਉਵੇਂ ਚੌਂਕੜਾ ਮਾਰ ਕੇ ਜਪਜੀ ਜਾਪ ਪੜ੍ਹਨ ਲੱਗ ਪਿਆ, ਉਹ ਫਿਰ ਉਸੇ ਪੌੜੀ ਤੇ ਚੜ੍ਹ ਕੇ ਉੱਥੇ ਪਹੁੰਚ ਸਕਦਾ ਹੈ। ਐਸੀ ਨਿਰਮਲ ਰੂਹ ਬਾਬਾ ਈਸਰ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਸਾਂ। ਇੱਥੇ ਸਮੇਂ ਦੀ ਸਮਾਪਤੀ ਹੈ। ਦਾਸ ਆਪਣੀ ਵਿਚਾਰ ਨੂੰ ਵਿਸ਼ਰਾਮ ਲਾਵੇ। ਅਸੀਂ ਕਰਮਗਤ ਭੋਗਣ ਆਏ ਹਾਂ। ਮਹਾਂਪੁਰਸ਼ ਉਧਾਰ ਚਿੱਤ ਮੁਕਤ ਨੇ, ਮੁਕਤ ਕਰਨ ਆਉਂਦੇ ਨੇ। ਕੈਦੀ ਜੇਲ੍ਹ ਵਿੱਚ ਸਜ਼ਾ ਭੋਗਣ ਜਾਂਦੇ ਨੇ। ਆਫਿਸਰ ਜਿਹੜਾ ਹੈ ਉਹ ਕੈਦੀਆਂ ਨੂੰ ਸੇਧ ਦੇਣ ਜਾਂਦਾ ਵੀ ਸੁਧਾਰ ਸਕਾਂ। ਦੋਵੇਂ ਇੱਕੇ ਕੈਦ ਦੇ ਵਿੱਚ ਨੇ, ਪਰ ਭੁਲੇਖਾ ਨਾ ਖਾ ਜਾਵੇ ਕੈਦੀ ਵੀ ਸ਼ਾਇਦ ਇਹ ਅਫਸਰ ਵੀ ਸਜ਼ਾ ਭੋਗ ਰਿਹਾ ਹੈ। ਆਏ ਇਸੇ ਸੰਸਾਰ ਵਿੱਚ ਨੇ ਸਾਧੂ, ਪਰ ਮਹਾਰਾਜ ਕਹਿੰਦੇ ਨੇ ਉਹ ਮੁਕਤ ਹੁੰਦੇ ਨੇ। ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਪਰ ਉਪਕਾਰ ਲਈ ਆਉਂਦੇ ਨੇ, ਭਲੇ ਲਈ ਆਉਂਦੇ ਨੇ। ਕੱਲ੍ਹ ਨੂੰ ਇੱਥੋਂ ਹੀ ਸੰਤ ਦੀ ਅਵਸਥਾ ਤੇ ਪ੍ਰਸੰਗ ਅੱਗੇ ਤੋਰਾਂਗੇ। ਭੁੱਲ ਚੁੱਕ ਦੀ ਖਿਮਾ ਜੀ। ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਮੇਰੇ ਬਹੁਤ ਹੀ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ, ਜਿਨ੍ਹਾਂ ਨੇ
ਆਪ ਨੂੰ ਕਥਾ ਰਾਹੀਂ ਨਿਹਾਲ ਕਰਕੇ ਆਪ ਨੂੰ ਸਰਵਣ ਕਰਾਇਆ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਬਾਬਾ ਜੀ ਦੀ। ਬਹੁਤ ਅੱਛੇ ਸ਼ਬਦ ਉਚਾਰਨ ਕਰ ਰਹੇ ਸਨ, ਸਾਨੂੰ ਸਮਝਾ ਰਹੇ ਸਨ। ਮੈਂ ਇਸ ਲੜੀ ਨੂੰ ਅੱਗੇ ਤੋਰਦਾ ਹੋਇਆ ਮੈਂ ਅੱਗੇ ਵੀ ਬੇਨਤੀ ਕਰ ਚੁੱਕਾ, ਜਦੋਂ ਵੀ ਕੋਈ ਬੁਲਾਰਾ, ਚਾਹੇ ਉਹ ਕੀਰਤਨੀਆ ਹੋਵੇ, ਚਾਹੇ ਉਹ ਕਥਾਵਾਚਕ ਹੋਵੇ, ਮੇਰੀਆਂ ਭੈਣਾਂ ਵੱਲੋਂ ਤੇ ਮੇਰੇ ਵੀਰਾਂ ਵੱਲੋਂ ਇੱਕ ਇੱਕ ਜਕਾਰਾ ਜ਼ਰੂਰ ਛੱਡ ਦਿਆ ਕਰੋ। ਮੈਂ ਭੈਣਾਂ ਨੂੰ ਬੇਨਤੀ ਕਰਾਂ, ਇੱਕ ਜਕਾਰਾ ਆਪਣੇ ਵੱਲੋਂ ਤੇ ਇੱਕ ਵੀਰਾਂ ਵੱਲੋਂ ਜਕਾਰੇ ਦੀ ਪ੍ਰਵਾਨਗੀ ਦਿਓ ਜੀ। ਹਾਂਜੀ, ਹਾਂਜੀ ਵੀਰੋ, ਬਹੁਤ